ਜ਼ਿਲ੍ਹਾ ਲੁਧਿਆਣਾ ਦੇ ਵਿੱਚ ਅੱਜ ਮਿਤੀ 1 ਮਈ 2020 ਤੱਕ 2565 ਸੈਂਪਲ ਜਿਹੜੇ ਹੈਗੇ ਉਹ ਕਲੈਕਟ ਕੀਤੇ ਗਏ ਨੇ। ਇਹਦੇ ਵਿੱਚੋਂ 2140 ਸੈਂਪਲ ਜਿਹੜੇ ਹੈਗੇ ਉਹਦਾ ਦੀ ਰਿਪੋਰਟ ਸਾਡੇ ਕੋਲ ਪ੍ਰਾਪਤ ਹੋ ਚੁੱਕੀ ਹੈ। ਇਹਦੇ ਵਿੱਚੋਂ 77 ਜਿਹੜੇ ਸੈਂਪਲਸ ਹੈਗੇ ਉਹ ਪੋਜ਼ਿਟਿਵ ਪਾਏ ਗਏ ਨੇ। ਇਹਦੇ 77 ਵਿੱਚੋਂ 6 ਪੇਸ਼ੈਂਟ ਜਿਹੜੇ ਹੈਗੇ ਉਹਨਾਂ ਨੂੰ ਕਿਉਰਡ ਡਿਕਲੇਅਰ ਕੀਤਾ ਜਾ ਚੁੱਕਿਆ ਹੈ। 4 ਪੇਸ਼ੈਂਟਸ ਦੀ ਡੈਥ ਹੋ ਗਈ ਸੀਗੀ। ਤਾਂ ਹੁਣ ਕੁੱਲ ਮਿਲਾ ਕੇ 67 ਐਕਟਿਵ ਕੇਸਿਸ ਜਿਹੜੇ ਹੈਗੇ ਉਹ ਜ਼ਿਲ੍ਹਾ ਲੁਧਿਆਣਾ ਦੇ ਨਾਲ ਸੰਬੰਧਿਤ ਨੇ ਔਰ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇਹ ਐਕਟਿਵ ਕੇਸਿਸ ਹੈਗੇ ਜਿਨ੍ਹਾਂ ਦਾ ਟ੍ਰੀਟਮੈਂਟ ਵਗੈਰਾ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ। ਜ਼ਿਆਦਾਤਰ ਪੇਸ਼ੈਂਟ ਜਿਹੜੇ ਹੈਗੇ ਉਹ ਸਿਵਲ ਹਸਪੀਟਲ ਦੇ ਵਿੱਚ ਭਰਤੀ ਨੇ ਤੇ ਕੁਝ ਪੇਸ਼ੈਂਟ ਜਿਹੜੇ ਹੈਗੇ ਉਹ ਵਰਤਮਾਨ ਦੇ ਵਿੱਚ ਭਰਤੀ ਨੇ। ਜਿਹੜੇ ਪੈਂਡਿੰਗ ਕੇਸਿਸ ਹੈਗੇ 425 ਦੇ ਨੇੜੇ ਤੇੜੇ ਕੇਸਿਸ ਜਿਹੜੇ ਹੈਗੇ ਉਹ ਪੈਂਡਿੰਗ ਹੈਗੇ। ਇੰਨੇ ਜ਼ਿਆਦਾ ਸੈਂਪਲਿੰਗ ਕਰਨ ਦਾ ਰੀਜ਼ਨ ਜਿਹੜਾ ਹੈਗਾ ਉਹ ਇਹ ਹੈਗਾ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਸਾਡੇ ਕੋਲ ਕਾਫੀ ਪੈਸੇਂਜਰਸ ਜਿਹੜੇ ਹੈਗੇ ਬਾਹਰਲੇ ਸਟੇਟਾਂ ਤੋਂ ਆਏ ਨੇ, ਭਾਵੇਂ ਨਾਂਦੇੜ ਜਿਵੇਂ ਮਹਾਰਾਸ਼ਟਰ ਨਾਂਦੇੜ ਤੋਂ ਆਏ ਸੀਗੇ, ਕੁਝ ਕੋਟਾ ਰਾਜਸਥਾਨ ਤੋਂ ਆਏ ਸੀਗੇ, ਕੁਝ ਜੈਸਲਮੇਰ ਤੋਂ ਆਏ ਸੀਗੇ, ਕੁਝ ਗਵਾਲੀਅਰ ਤੋਂ ਆਏ ਸੀਗੇ। ਹੋਰ ਵੀ ਬਹੁਤ ਸਾਰੀ ਲੇਬਰ ਜਾਂ ਮਾਈਗ੍ਰੈਂਟ ਬੰਦੇ ਜਿਹੜੇ ਹੈਗੇ ਉਹ ਪੰਜਾਬ ਦੇ ਵਿੱਚ ਆਏ ਨੇ। ਉਹਨਾਂ ਦੀ ਟੈਸਟਿੰਗ ਜਿਹੜੀ ਹੈਗੀ ਉਹ ਕੀਤੀ ਗਈ ਹੈ। ਕੁਝ ਇੱਕ ਪੁਰਾਣੇ ਪੋਜ਼ਿਟਿਵ ਕੇਸਿਸ ਜਿਹੜੇ ਸੀਗੇ ਉਹਨਾਂ ਦੇ ਕੰਟੈਕਟ ਟ੍ਰੇਸਿੰਗ ਜਿਹੜੀ ਹੈਗੀ ਉਹਨਾਂ ਦੀ ਸੈਂਪਲਿੰਗ ਕੀਤੀ ਗਈ ਹੈ। ਤੇ ਕਈ ਸਾਰੇ ਬੰਦੇ ਜਿਹੜੇ ਅੱਗੇ ਹੁਣ ਆ ਰਹੇ ਨੇ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਫਲੂ ਦੇ ਲੱਛਣ ਹੈਗੇ, ਜਿਹੜੇ ਸਾਡੇ ਫਲੂ ਕਾਰਨਰ ਤੇ ਆਉਂਦੇ ਨੇ, ਉਹਨਾਂ ਦੀ ਵੀ ਸੈਂਪਲਿੰਗ ਅਸੀਂ ਕਰ ਰਹੇ ਹਾਂ, ਜਿਸ ਤੋਂ ਕਿ ਵੱਧ ਤੋਂ ਵੱਧ ਸੈਂਪਲਿੰਗ ਕਰਕੇ ਅਸੀਂ ਲੋਕਾਂ ਦੀ ਐਡਵਾਂਸ ਦੇ ਵਿੱਚ ਹੀ ਪਤਾ ਕਰ ਸਕੀਏ ਕਿ ਉਹਨਾਂ ਨੂੰ ਕੋਈ ਕੋਰੋਨਾ ਦੀ ਪੋਸੀਬਿਲਿਟੀ ਤਾਂ ਨਹੀਂ ਹੈਗੀ। ਇਹਦੇ ਵਿੱਚ ਮੈਂ ਇਹ ਕਲੀਅਰ ਕਰਨਾ ਚਾਹਾਂਗਾ ਕਿ ਪਹਿਲੇ ਦਿਨ ਤੋਂ ਜਿਵੇਂ ਆਪਾਂ ਦੱਸ ਰਹੇ ਹਾਂ ਕਿ ਇਹ ਬਿਮਾਰੀ ਜਿਹੜੀ ਹੈਗੀ ਉਹ ਅਸੀਂ ਛੂ ਕੇ ਔਰ ਲੋਕਾਂ ਦੇ ਕੰਟੈਕਟ ਵਿੱਚ ਆ ਕੇ ਜਿਹੜੀ ਹੈਗੀ ਉਹ ਵੱਧਦੀ ਹੈਗੀ। ਇਸ ਕਰਕੇ ਲੋਕ ਜਿਹੜੇ ਹੈਗੇ ਘਰੋਂ ਬਾਹਰ ਘੱਟ ਤੋਂ ਘੱਟ ਨਿਕਲਣ। ਇਹ ਕਰਫਿਊ ਲੋਕਡਾਊਨ ਜਿਹੜਾ ਲਗਾਇਆ ਗਿਆ ਸੀਗਾ ਉਹਦਾ ਮੇਨ ਰੀਜ਼ਨ ਵੀ ਇਹੀ ਸੀਗਾ ਕਿ ਇਹ ਬਿਮਾਰੀ ਦੀ ਇੱਕ ਚੇਨ ਜਿਹੜੀ ਹੈਗੀ ਉਸ ਨੂੰ ਬ੍ਰੇਕ ਕਰ ਸਕੀਏ। ਕਾਫੀ ਲੋਕਾਂ ਦਾ ਸਹਿਯੋਗ ਵੀ ਜਿਹੜਾ ਹੈਗਾ ਇਹਦੇ ਵਿੱਚ ਸਾਨੂੰ ਮਿਲਿਆ ਹੈਗਾ ਔਰ ਉਸ ਨੂੰ ਦੇਖਦੇ ਹੋਏ ਲਗਾਤਾਰ ਸਰਕਾਰ ਵੱਲੋਂ ਧੀਰੇ ਰਿਲੈਕਸੇਸ਼ਨ ਜਿਹੜੀਆਂ ਸੀਗੀਆਂ ਉਹ ਵੀ ਦਿੱਤੀਆਂ ਗਈਆਂ ਸੀਗੀਆਂ। ਲੇਕਿਨ ਹੁਣ ਵੀ ਮੈਂ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਜਦ ਵੀ ਕਿਸੇ ਵੀ ਬੰਦੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲੱਛਣ ਕੋਰੋਨਾ ਪੁਆਇੰਟ ਆਫ ਵਿਊ ਤੋਂ, ਫਲੂ ਪੁਆਇੰਟ ਆਫ ਵਿਊ ਤੋਂ, ਜਾਂ ਫਿਰ ਜਿਹੜੇ ਆਪਾਂ ਸਿੰਪਟਮਸ ਦੱਸੇ ਹੋਏ ਨੇ, ਬ੍ਰੈਥਲੈਸਨੈਸ ਹੋਵੇ, ਡਰਾਈ ਕਫ ਹੋਵੇ, ਹਾਈ ਫੀਵਰ ਹੋਵੇ ਜਾਂ ਜ਼ੁਕਾਮ ਵਗੈਰਾ ਹੋਵੇ, ਇੱਦਾਂ ਦੀ ਜਿਹੜੇ ਸਿੰਪਟਮਸ ਅਸੀਂ ਆਲਰੇਡੀ ਦੱਸੇ ਸੀਗੇ, ਉਸ ਤਰ੍ਹਾਂ ਦੇ ਕੋਈ ਵੀ ਸਿੰਪਟਮ ਕਿਸੇ ਬੰਦੇ ਨੂੰ ਹੁੰਦਾ ਹੈ ਤਾਂ ਉਹ ਛੇਤੀ ਤੋਂ ਛੇਤੀ ਜਿਹੜੇ ਨੀਅਰੈਸਟ ਹਸਪੀਟਲਸ ਹੈਗੇ ਉੱਥੇ ਜਾ ਕੇ ਆਪਣਾ ਟੈਸਟ ਵਗੈਰਾ ਜਿਹੜਾ ਹੈਗਾ ਆਪਣੇ ਆਪ ਨੂੰ ਪਹਿਲਾਂ ਚੈੱਕ ਕਰਾ ਸਕਦੇ ਨੇ ਔਰ ਫਿਰ ਉਸ ਤੋਂ ਬਾਅਦ ਆਪਣੀ ਟੈਸਟਿੰਗ ਵਗੈਰਾ ਜਿਹੜੀ ਹੈਗੀ ਉਹ ਕਰਾ ਸਕਦੇ ਨੇ। ਕਿਉਂਕਿ ਜਿੰਨਾ ਛੇਤੀ ਤੁਹਾਨੂੰ ਇਸ ਦੇ ਬਾਬਤ ਪਤਾ ਚੱਲ ਜਾਊਗਾ ਉਨਾ ਹੀ ਵਧੀਆ ਹੈ ਤੁਹਾਡੇ ਵਾਸਤੇ। ਕਿਉਂਕਿ ਜਿੰਨੇ ਕੇਸਿਸ ਸਾਨੂੰ ਐਡਵਾਂਸ ਦੇ ਵਿੱਚ ਪਤਾ ਚੱਲ ਰਹੇ ਨੇ ਉਹ ਜ਼ਿਆਦਾਤਰ ਕੇਸ ਜਿਹੜੇ ਹੈਗੇ ਉਹਨਾਂ ਦੇ ਵਿੱਚ ਕਿਉਰ ਅਸੀਂ ਰਿਕਾਰਡ ਕਰ ਰਹੇ ਹਾਂ ਔਰ ਜਿਹੜੇ ਕੇਸਾਂ 'ਚ ਕਾਫੀ ਲੇਟ ਸਾਨੂੰ ਪਤਾ ਚੱਲ ਰਿਹਾ ਹੈਗਾ ਉਹਨਾਂ ਕੇਸਾਂ 'ਚ ਅਸੀਂ ਦੇਖ ਰਹੇ ਹਾਂ ਕਿ ਉਹ ਕਦੇ ਫੈਟਲ ਵੀ ਹੋ ਜਾਂਦਾ ਹੈ। ਤਾਂ ਇਸ ਕਰਕੇ ਸਾਰੇ ਲੋਕਾਂ ਨੂੰ ਬੇਨਤੀ ਹੈਗੀ ਕਿ ਜਦ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਫੀਲ ਹੁੰਦੀ ਹੈ ਤਾਂ ਉਹ ਛੇਤੀ ਤੋਂ ਛੇਤੀ ਆਪਣਾ ਟੈਸਟ ਜਿਹੜਾ ਹੈਗਾ ਉਹ ਜ਼ਰੂਰ ਕਰਵਾ ਲੈਣ। ਥੋੜ੍ਹਾ ਸਾ ਲੋਕਾਂ ਨੂੰ ਡਰਨ ਦੀ ਵੀ ਲੋੜ ਹੈਗੀ, ਕੇਅਰਫੁਲ ਹੋਣ ਦੀ ਵੀ ਲੋੜ ਹੈਗੀ, ਕਿਉਂਕਿ ਨੰਬਰ ਆਫ ਕੇਸਿਸ ਜਿਹੜੇ ਹੈਗੇ ਪਿਛਲੇ 2 ਦਿਨਾਂ ਦੇ ਵਿੱਚ ਲੁਧਿਆਣਾ ਦੇ ਵਿੱਚ ਕਾਫੀ ਵਧੇ ਨੇ ਔਰ ਅੱਜ ਵੀ ਸਾਡੇ ਕੋਲ ਜਿਹੜੇ 425 ਪੈਂਡਿੰਗ ਰਿਪੋਰਟਾਂ ਜਿਹਨਾਂ ਦੀ ਆਉਣ ਵਾਲੀਆਂ ਹੈਗੀਆਂ ਉਹਨਾਂ ਦੀ ਰਿਪੋਰਟਾਂ ਵੀ ਲੇਟ ਨਾਈਟ ਤੱਕ ਸਾਡੇ ਕੋਲ ਆਉਂਦੀਆਂ ਨੇ। ਤਾਂ ਉਹਦੇ ਵਿੱਚ ਵੀ ਸਾਨੂੰ ਹੋ ਸਕਦਾ ਕੁਝ ਪਤਾ ਚੱਲੇ, ਕੁਝ ਪੋਜ਼ਿਟਿਵ ਕੇਸਿਸ ਜਿਹੜੇ ਹੈਗੇ ਉਹ ਆ ਸਕਦੇ ਨੇ। ਤਾਂ ਇਸ ਕਰਕੇ ਲੋਕਾਂ ਨੂੰ ਕੇਅਰਫੁਲ ਰਹਿਣ ਦੀ ਲੋੜ ਹੈ, ਲੋਕਾਂ ਨੂੰ ਸਚੇਤ ਰਹਿਣ ਦੀ ਲੋੜ ਹੈਗੀ ਔਰ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਦੀ ਲੋੜ ਹੈਗੀ। ਭਾਵੇਂ ਅਸੀਂ ਥੋੜ੍ਹੀ ਜਿਹੀ ਰਿਲੈਕਸੇਸ਼ਨ ਦਿੱਤੀ ਹੋਈ ਹੈ ਲੇਕਿਨ ਉਸ ਨੂੰ ਲੋੜ ਦੇ ਮੁਤਾਬਿਕ ਹੀ ਬਾਹਰ ਆਉਣ ਦੀ ਲੋੜ ਹੈ। ਕੇਵਲ ਔਰ ਕੇਵਲ ਜਦ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈਗੀ ਤਾਂ ਹੀ ਬੰਦੇ ਜਿਹੜੇ ਹੈਗੇ ਉਹ ਬਾਹਰ ਆਉਣ। ਅਸੀਂ ਜਿਹੜੀਆਂ ਰਿਲੈਕਸੇਸ਼ਨਸ ਦਿੱਤੀਆਂ ਸੀਗੀਆਂ 3 ਤਰੀਕੇ ਦੀ ਮੇਨ ਕੈਟੇਗਰੀਆਂ ਹੈਗੀਆਂ ਰਿਲੈਕਸੇਸ਼ਨਸ ਦੀਆਂ। ਪਹਿਲੀ ਸੀਗੀ ਕੰਸਟਰਕਸ਼ਨ ਨਾਲ ਰਿਲੇਟਡ। ਮੈਨੂੰ ਇਹ ਕਹਿਣ 'ਚ ਕਾਫੀ ਖੁਸ਼ੀ ਹੋ ਰਹੀ ਹੈ ਕਿ ਤਕਰੀਬਨ 45 ਦੇ ਨੇੜੇ ਤੇੜੇ ਪ੍ਰੋਜੈਕਟਾਂ ਨੂੰ, ਭਾਵੇਂ ਉਹ ਗਵਰਨਮੈਂਟ ਸੈਕਟਰ ਦੇ ਹੋਣ ਜਾਂ ਪ੍ਰਾਈਵੇਟ ਸੈਕਟਰ ਦੇ ਹੋਣ, ਹੁਣ ਤੱਕ ਅਸੀਂ 45 ਦੇ ਨੇੜੇ ਤੇੜੇ ਪ੍ਰੋਜੈਕਟਾਂ ਨੂੰ ਅਪਰੂਵਲ ਜਿਹੜੀ ਹੈਗੀ ਆਪਣੇ ਪੱਧਰ 'ਤੇ ਦੇ ਚੁੱਕੇ ਹਾਂ। ਤਕਰੀਬਨ 1000 ਦੇ ਨੇੜੇ ਤੇੜੇ ਲੇਬਰ ਜਿਹੜੀ ਹੈਗੀ ਉਹਦੇ ਵਿੱਚ ਹੁਣ ਐਂਗੇਜ ਵੀ ਹੋ ਗਈ ਹੈ। ਪ੍ਰਾਈਵੇਟ ਵੀ ਪ੍ਰੋਜੈਕਟਸ ਜਿਹੜੇ ਹੈਗੇ ਉਹ ਵੀ ਸਾਡੇ ਕੋਲ ਹੁਣ ਪਰਮਿਸ਼ਨ ਵਾਸਤੇ ਆ ਰਹੇ ਨੇ ਔਰ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨਾਲ ਹੀ ਨਾਲ ਪਰਮਿਸ਼ਨ ਜਿਹੜੀ ਹੈਗੀ ਉਹ ਦੇ ਦਈਏ। ਇਸ ਤੋਂ ਇਲਾਵਾ ਦੂਜੀ ਜਿਹੜੀ ਰਿਲੈਕਸੇਸ਼ਨ ਸੀਗੀ ਉਹ ਇੰਡਸਟਰੀ ਨਾਲ ਰਿਲੇਟਡ ਸੀਗੀ। ਇਹ ਵੀ ਚੰਗੀ ਗੱਲ ਹੈਗੀ ਕਿ ਕਾਫੀ ਇੰਡਸਟਰੀਆਂ ਜਿਹੜੀਆਂ ਹੈਗੀਆਂ ਹੁਣ ਅੱਗੇ ਆ ਰਹੀਆਂ ਨੇ, ਕਿਉਂਕਿ ਗਵਰਨਮੈਂਟ ਵੱਲੋਂ 2-3 ਰਿਲੈਕਸੇਸ਼ਨ ਜਿਹੜੀਆਂ ਦਿੱਤੀਆਂ ਗਈਆਂ ਸੀਗੀਆਂ। ਪਹਿਲਾਂ ਇੰਡਸਟਰੀਅਲ ਕੁਆਰੰਟੀਨ ਉਹਨਾਂ ਨੂੰ ਕਿਹਾ ਗਿਆ ਸੀਗਾ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਟਰਾਂਸਪੋਰਟ ਫੈਸਿਲਿਟੀ ਲੇਬਰ ਨੂੰ ਪ੍ਰੋਵਾਈਡ ਕਰਕੇ ਆਪਣੀ ਇੰਡਸਟਰੀਆਂ ਚਾਲੂ ਕਰਨ ਦੇ ਵਾਸਤੇ ਪ੍ਰੋਵੀਜ਼ਨ ਦਿੱਤਾ ਗਿਆ ਸੀਗਾ। ਤੇ ਲਾਸਟ ਵਿੱਚ ਸਰਕਾਰ ਵੱਲੋਂ ਇਹ ਵੀ ਪ੍ਰੋਵੀਜ਼ਨ ਦਿੱਤਾ ਗਿਆ ਸੀਗਾ ਕਿ
ਲੇਬਰ ਜਿਹੜੀ ਹੈਗੀ ਉਹ ਜਿਹੜੀ ਨੇੜੇ ਤੇੜੇ ਦੀ ਹੈਗੀ ਤਾਂ ਔਨ ਫੁੱਟ ਜਾਂ ਫਿਰ ਸਾਈਕਲ ਤੋਂ ਆ ਸਕਦੀ ਹੈ। ਤਾਂ ਕਈ ਸਾਰੀ ਇੰਡਸਟਰੀਆਂ ਜਿਹੜੀਆਂ ਹੈਗੀਆਂ ਹੁਣ ਅੱਗੇ ਆ ਰਹੀਆਂ ਨੇ ਔਰ ਪਾਸਿਸ ਵਗੈਰਾ ਬਣਵਾ ਕੇ ਆਪਣੀ ਇੰਡਸਟਰੀਆਂ ਨੂੰ ਚਾਲੂ ਕਰ ਰਹੀਆਂ ਨੇ, ਕਿਉਂਕਿ ਇੰਡਸਟਰੀ ਨੂੰ ਹੁਣ ਸਪੈਸੀਫਿਕ ਪਰਮਿਸ਼ਨ ਦੀ ਇਸ ਦੇ ਵਾਸਤੇ ਲੋੜ ਨਹੀਂ ਹੈਗੀ ਇੰਡਸਟਰੀ ਨੂੰ ਚਲਾਉਣ ਦੇ ਲਈ। ਸਿਰਫ ਔਰ ਸਿਰਫ ਲੇਬਰ ਦੇ ਪਾਸਿਸ ਜਿਹੜੇ ਹੈਗੇ ਔਰ ਆਪਣੇ ਪਾਸਿਸ ਜਿਹੜੇ ਹੈਗੇ ਉਹਨਾਂ ਨੂੰ ਬਣਵਾਉਣ ਦੀ ਲੋੜ ਹੈਗੀ, ਜਿਹੜੀ ਕਿ GMDIC ਦਫ਼ਤਰ ਉਹਨਾਂ ਨੂੰ ਲਗਾਤਾਰ ਮਿਲ ਰਹੇ ਨੇ। ਕੱਲ੍ਹ ਤੋਂ ਅਸੀਂ ਇੱਕ ਹੋਰ ਫੈਸਲਾ ਲਿਆ ਹੈਗਾ ਕਿ ਮਾਸਟਰ ਪਲਾਨ ਦੇ ਵਿੱਚ ਜਿਹੜੇ ਡੈਜਿਗਨੇਟਿਡ ਇੰਡਸਟਰੀਅਲ ਏਰੀਆਜ਼ ਹੈਗੇ ਉਹਨਾਂ ਨੂੰ ਵੀ ਅਸੀਂ ਸੈਲਫ ਡਿਕਲੇਰੇਸ਼ਨ ਬੇਸਿਸ ਤੇ ਅਸੀਂ ਅਲਾਉ ਕਰ ਰਹੇ ਹਾਂ ਕਿ ਸੈਲਫ ਡਿਕਲੇਰੇਸ਼ਨ ਦੇ ਬੇਸਿਸ ਤੇ ਇੰਡਸਟਰੀ ਜਿਹੜੀ ਹੈਗੀ ਉਹ ਐਪਲੀਕੇਸ਼ਨ ਦੇ ਸੈਲਫ ਡਿਕਲੇਰੇਸ਼ਨ ਦੇ ਸਕਦੀ ਹੈ ਔਰ ਆਪਣੇ ਇੰਡਸਟਰੀ ਨੂੰ ਚਾਲੂ ਕਰ ਸਕਦੀ ਹੈ। ਔਰ ਉਹਦੇ ਵਾਸਤੇ ਪਰਮਿਸ਼ਨਾਂ ਜਿਹੜੀਆਂ ਹੈਗੀਆਂ ਉਹ ਪਾਸਿਸ ਜਿਹੜੇ ਹੈਗੇ ਉਹ ਪਾਸਿਸ ਆਪਣੇ ਇੰਡਸਟਰੀ ਡਿਪਾਰਟਮੈਂਟ ਤੋਂ ਬਣਵਾ ਸਕਦੇ ਹਾਂ। ਇਸ ਤੋਂ ਇਲਾਵਾ ਕੁਝ ਮਾਰਕੀਟ ਦੇ ਵਿੱਚ ਅੱਜ ਕੁਝ ਕਨਫਿਊਜ਼ਨ ਜਾਂ ਰੂਮਰਸ ਫੈਲ ਰਹੇ ਸੀਗੇ ਕਿ ਮਿਕਸ ਲੈਂਡ ਯੂਜ਼ ਔਰ ਉਸ ਤਰ੍ਹਾਂ ਦੇ ਏਰੀਆ ਦੇ ਵਿੱਚ ਵੀ ਇੰਡਸਟਰੀਆਂ ਚਾਲੂ ਕਰਨ ਦੇ ਵਾਸਤੇ ਕੋਈ ਫੈਸਲਾ ਹੋਇਆ ਹੈ। ਹਾਲ ਦੀ ਘੜੀ ਇੱਦਾਂ ਦਾ ਕੋਈ ਫੈਸਲਾ ਨਹੀਂ ਹੈਗਾ ਕਿ ਮਿਕਸ ਲੈਂਡ ਯੂਜ਼ ਦੇ ਵਿੱਚ ਬਾਹਰੋਂ ਲੇਬਰ ਨੂੰ ਬੁਲਾ ਕੇ ਇੰਡਸਟਰੀਆਂ ਜਿਹੜੀਆਂ ਹੈਗੀਆਂ ਉਹ ਚਾਲੂ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਤੀਜਾ ਜਿਹੜਾ ਹੈਗਾ ਉਹ ਸ਼ਾਪਸ ਦੇ ਨਾਲ ਰਿਲੇਟਡ ਸੀਗੀਆਂ। ਉਹਦੇ ਵਿੱਚ ਅਸੀਂ ਆਲਰੇਡੀ ਕਈ ਸਾਰੀ ਰਿਲੈਕਸੇਸ਼ਨ ਜਿਹੜੀਆਂ ਸੀਗੀਆਂ ਆਲਰੇਡੀ ਦੇ ਦਿੱਤੀਆਂ ਗਈਆਂ ਸੀਗੀਆਂ। ਇੰਡਸਟਰੀ ਜਿਹੜੇ ਐਸੈਂਸ਼ੀਅਲ ਆਈਟਮਸ ਜਾਂ ਹੋਰ ਵੀ ਜਿਹੜੇ ਐਗਜ਼ੈਂਪਟਡ ਕੈਟੇਗਰੀਆਂ ਨੂੰ ਜਿਹਨਾਂ ਨੂੰ ਅਸੀਂ ਪਹਿਲਾਂ ਅਲਾਉ ਕੀਤਾ ਸੀਗਾ ਹੋਮ ਡਿਲੀਵਰੀ ਦੇ ਵਾਸਤੇ, ਉਹਨਾਂ ਨੂੰ ਅਸੀਂ ਹੁਣ ਸਵੇਰੇ 7 ਵਜੇ ਤੋਂ 11 ਵਜੇ ਤੱਕ ਕਾਊਂਟਰ ਸੇਲ ਔਰ 11 ਵਜੇ ਤੋਂ ਬਾਅਦ ਹੋਮ ਡਿਲੀਵਰੀ ਜਿਹੜੀ ਹੈਗੀ ਉਹ ਅਲਾਉ ਕਰਤੀ ਹੈਗੀ। ਇਸ ਤੋਂ ਇਲਾਵਾ ਬਾਕੀ ਜਿਹੜੀਆਂ ਕੈਟੇਗਰੀਆਂ ਹੈਗੀਆਂ ਉਸ ਦੇ ਵਾਸਤੇ ਵੀ ਸਾਨੂੰ ਕਾਫੀ ਕੁਐਰੀਜ਼ ਵਗੈਰਾ ਆ ਰਹੀਆਂ ਨੇ। ਅਸੀਂ ਉਸ ਨੂੰ ਅੱਜ ਦੇਖ ਰਹੇ ਹਾਂ। ਕਾਫੀ ਡਿਮਾਂਡਸ ਔਰ ਸਜੈਸ਼ਨਸ ਜਿਹੜੇ ਹੈਗੇ ਉਹ ਲੋਕਾਂ ਦੇ ਸਾਡੇ ਵੱਲ ਪ੍ਰਾਪਤ ਹੋਏ ਨੇ। ਅਸੀਂ ਉਹਨਾਂ ਨੂੰ ਡੂੰਘਾਈ ਨਾਲ ਘੋਖ ਰਹੇ ਹਾਂ ਔਰ ਹੋਪਫੁਲੀ ਅਸੀਂ ਕੱਲ੍ਹ ਤੱਕ ਇੱਕ ਡਿਟੇਲਡ ਗਾਈਡਲਾਈਨ ਜਿਹੜੀਆਂ ਹੈਗੀਆਂ ਰੋਸਟਰ ਵਗੈਰਾ ਬਣਾ ਕੇ ਕਿ ਕਿਹੜੇ ਟਾਈਪ ਦੀ ਦੁਕਾਨ ਕਿਹੜੇ ਤਰੀਕ ਨੂੰ ਕਿਹੜੇ ਦਿਨ ਨੂੰ ਹਫਤੇ ਦੇ ਵਿੱਚ ਨੂੰ ਖੁੱਲ੍ਹ ਸਕਦੀ ਹੈ, ਉਹ ਸਾਰੀ ਗਾਈਡਲਾਈਨ ਜਿਹੜੀਆਂ ਹੈਗੀਆਂ ਅਸੀਂ ਹੋਪਫੁਲੀ ਕੱਲ੍ਹ ਤੱਕ ਲੋਕਾਂ ਦੇ ਸਾਹਮਣੇ ਪੇਸ਼ ਕਰਾਂਗੇ। ਔਰ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਆਮ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਹੋਰ ਵੀ ਤਰੀਕੇ ਦੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਲੋਕਾਂ ਨੂੰ ਅਵੇਲੇਬਲ ਹੋ ਸਕਦੀਆਂ। ਇਸ ਤੋਂ ਇਲਾਵਾ ਮਾਈਗ੍ਰੈਂਟ ਪੋਪੂਲੇਸ਼ਨ ਦੇ ਵਾਸਤੇ ਜਿਹੜੇ ਬੰਦੇ ਬਾਹਰਲੇ ਸਟੇਟਾਂ ਤੋਂ ਬਿਲੋਂਗ ਕਰਦੇ ਨੇ ਤੇ ਆਪਣੇ ਸਟੇਟਾਂ ਦੇ ਵਿੱਚ ਜਾਣਾ ਚਾਹੁੰਦੇ ਨੇ, ਉਹਦੇ ਵਾਸਤੇ ਇੱਕ ਲਿੰਕ ਜਿਹੜੀ ਹੈਗੀ ਅੱਜ ਸਵੇਰ ਤੋਂ ਲਾਈਵ ਕੀਤੀ ਗਈ ਹੈਗੀ। ਕੋਈ ਵੀ ਮਾਈਗ੍ਰੈਂਟ ਬੰਦਾ ਜਿਹੜਾ ਕਿ ਬਾਹਰਲੇ ਸਟੇਟਾਂ ਤੋਂ ਬਿਲੋਂਗ ਕਰਦਾ ਹੈ ਔਰ ਆਪਣੀ ਸਟੇਟ ਨੂੰ ਜਾਣਾ ਚਾਹੁੰਦਾ ਹੈ, ਉਹ ਸਾਰੀ ਡਿਟੇਲ ਜਿਹੜੀ ਹੈਗੀ ਇਸ ਲਿੰਕ ਦੇ ਉੱਤੇ ਦੇ ਸਕਦਾ ਹੈ। ਲਿੰਕ ਜਿਹੜੀ ਹੈਗੀ ਉਹ ਇਸ ਤਰ੍ਹਾਂ ਹੈਗੀ http://covidout.punjab.gov.in/punjab-out registration.aspx। ਇਹ ਜਿਹੜੀ ਲਿੰਕ ਹੈਗੀ ਇਸ ਲਿੰਕ ਦੇ ਉੱਤੇ ਕਲਿੱਕ ਕਰਕੇ ਫਾਰਮ ਜਿਹੜਾ ਹੈਗਾ ਉਹ ਆਉਂਦਾ ਹੈ। ਉਸ ਫਾਰਮ ਨੂੰ ਕੋਈ ਵੀ ਬੰਦਾ ਭਰ ਸਕਦਾ ਹੈ। ਇੱਕ ਫਾਰਮ ਦੇ ਵਿੱਚ 25 ਬੰਦਿਆਂ ਤੱਕ ਦੀ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਭਰੀ ਜਾ ਸਕਦੀ ਹੈ। यानी कि कोई भी बंदा अपनी पूरी फैमिली के वास्ते एक कोई फार्म जो है वो भरना पड़ेगा और उस फैमिली में पूरी फैमिली में एक या ग्रुप के वजों रजिस्टर कर लिया जाएगा। ये डेटा जो है वो कंपाइलेशन ऑलरेडी चल रहा है कि मैंने अभी थोड़ी देर पहले रिव्यू किया तकरीबन 5,500 बंद ने हाले तक इस रजिस्ट्रेशन भी जी है वो करा ली है। तो मेरी रिक्वेस्ट है कि जो भी माइग्रेंट जोड़े है जो कि अपने स्टेटा में जाना चाहते हैं वो इस लिंक के उत्ते अप्लाई कर सकते हैं, क्योंकि जब भी उन्होंने स्टेटा के नाल साडा राबता कायम होगा असी कोई भी फैसला इस बाबत करांगे तो ये डेटा जोड़ा है साडे वास्ते काफ़ी इंपॉर्टेंट होगा। जोड़े बंद ने सानू अप्लाई किया होगा उन्होंने फस्ट प्रायोरिटी जी हैगी वो दी जाएगी। थैंक यू।